ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕਿੱਦਾਂ ਸਾਰੇ? ਮੈਨੂੰ ਉਮੀਦ ਹੈ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਵੀ ਕਰ ਰਹੇ ਹੋਵੋਗੇ। ਅਤੇ ਅੱਜ ਅਸੀਂ ਕਰਨ ਜਾ ਰਹੇ ਹਾਂ ਕਲਾਸ 11th ਕੈਮਿਸਟਰੀ ਦਾ ਚੈਪਟਰ ਔਰਗੈਨਿਕ ਕੈਮਿਸਟਰੀ ਸਮ ਬੇਸਿਕ ਪ੍ਰਿੰਸੀਪਲਸ ਐਂਡ ਟੈਕਨੀਕਸ। ਠੀਕ ਹੈ ਜੀ। ਅਤੇ ਹੁਣ ਦੇਖੋ, ਸਭ ਤੋਂ ਪਹਿਲਾਂ ਆਪਾਂ ਨੇ ਪੜ੍ਹਨਾ ਔਰਗੈਨਿਕ ਕੈਮਿਸਟਰੀ ਦਾ। ਹੁਣੇ ਆਪਣਾ ਬੇਸਿਕ ਕਨਸੈਪਟਸ ਹੈਗਾ। ਅਤੇ ਔਰਗੈਨਿਕ ਕੈਮਿਸਟਰੀ ਕੀ ਹੁੰਦੀ ਹੈ? ਸਭ ਤੋਂ ਪਹਿਲਾਂ ਦੇਖੋ, ਔਰਗੈਨਿਕ ਕੈਮਿਸਟਰੀ ਦੇ ਵਿੱਚ ਆਪਾਂ ਕੀ ਪੜ੍ਹਨਾ? ਔਰਗੈਨਿਕ ਕੰਪਾਊਂਡਸ ਬਾਰੇ ਪੜ੍ਹਾਂਗੇ। ਠੀਕ ਹੈ। ਅਤੇ ਔਰਗੈਨਿਕ ਕੰਪਾਊਂਡਸ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਨੇ, ਬਹੁਤ ਜ਼ਿਆਦਾ। ਕਿਉਂਕਿ ਦੇਖੋ, ਫੂਡ ਜੋ ਆਪਾਂ ਖਾਂਦੇ ਹਾਂ ਉਹ ਇੱਕ ਔਰਗੈਨਿਕ ਕੰਪਾਊਂਡ ਹੈ। ਆਕਸੀਜਨ, ਹਾਈਡਰੋਜਨ, ਹੈ ਨਾ, ਇਹ ਸਾਰੇ ਕੀ ਨੇ? ਇੱਕ ਔਰਗੈਨਿਕ ਕੰਪਾਊਂਡਸ ਨੇ। ਠੀਕ ਹੈ। ਅਤੇ ਆਪਾਂ ਔਰਗੈਨਿਕ ਕੈਮਿਸਟਰੀ ਦੇ ਵਿੱਚ ਪੜ੍ਹਾਂਗੇ। ਅਤੇ ਦੇਖੋ, ਜਦੋਂ ਹਾਲੇ ਆਪਾਂ ਕਹੀਏ ਵੀ ਨਹੀਂ ਸੀ ਹੈਗੀ ਆਪਣੇ ਕੋਲ ਔਰਗੈਨਿਕ ਕੈਮਿਸਟਰੀ, ਹਾਲੇ ਨਹੀਂ ਸੀ ਡਿਸਕਵਰ ਆਪਾਂ ਨੇ ਕੀਤੀ, ਉਹਦਾ ਇੱਕ ਸਾਇੰਟਿਸਟ ਸੀ ਦੇਖੋ, ਸਵੈਡਿਸ਼ ਕੈਮਿਸਟ ਸੀ ਉਹ। ਅਤੇ ਉਹਨਾਂ ਨੇ ਦੇਖੋ ਕੀ ਕਿਹਾ ਸੀ, ਕਹਿੰਦੇ ਵੀ ਜਿਹੜੇ ਔਰਗੈਨਿਕ ਕੰਪਾਊਂਡਸ ਨੇ ਨਾ, ਠੀਕ ਹੈ, ਉਹਨਾਂ ਨੂੰ ਆਪਾਂ ਸਿੰਥੇਸਾਈਜ਼ ਨਹੀਂ ਕਰ ਸਕਦੇ, ਆਪਾਂ ਨਹੀਂ ਬਣਾ ਸਕਦੇ। ਉਹ ਆਪਾਂ ਨੂੰ ਜਾਂ ਪਲਾਂਟਸ ਜਾਂ ਐਨੀਮਲਸ ਤੋਂ ਮਿਲਦੇ ਆ। ਠੀਕ ਹੈ। ਅਤੇ ਉਹ ਇੱਕ ਫੋਰਸ, ਮਤਲਬ ਇੱਕ ਮਿਸਟੀਰੀਅਸ ਫੋਰਸ ਆ ਉਹਨਾਂ ਪਿੱਛੇ, ਮਤਲਬ ਕੋਈ ਖੂਫੀਆ ਨਹੀਂ ਕਹਿ ਦਿੰਦੇ ਆਪਾਂ, ਖੂਫੀਆ ਜੀ ਕਹਿੰਦੇ ਫੋਰਸ ਹੈਗੀ ਹੈ। ਅਤੇ ਕਹਿੰਦੇ ਉਹ ਜਿਹੜੀ ਫੋਰਸ ਹੈ ਉਹਨੂੰ ਉਹਨਾਂ ਨੇ ਨਾਮ ਦਿੱਤਾ ਵਾਈਟਲ ਫੋਰਸ। ਠੀਕ ਹੈ। ਦੇਖੋ, ਅੱਗੇ ਆ ਸਾਰੀਆਂ ਸਲਾਈਡਸ ਬਲੈਂਕ ਨੇ, ਕਿਉਂਕਿ ਜਿਵੇਂ ਜਿਵੇਂ ਟੋਪਿਕ ਆਉਣਗੇ ਮੈਂ ਤੁਹਾਨੂੰ ਸਮਝਾਈ ਜਾਊਂਗੀ, ਮੈਂ ਨਾਮ ਦੱਸੀ ਜਾਊਂਗੀ, ਤੁਸੀਂ ਉੱਦਾਂ ਉੱਦਾਂ ਬਸ ਸਮਝੀ ਜਾਓ। ਠੀਕ ਹੈ। ਅਤੇ ਇਹ ਤਾਂ ਬਸ ਚੈਪਟਰ ਦੀ ਸਟਾਰਟਿੰਗ ਲਈ ਮੈਨੂੰ ਇਹ ਫਸਟ ਪੇਜ ਲਾਉਣਾ ਪਿਆ, ਕਿਉਂਕਿ ਹੋਰ ਐਵੇਂ ਕੋਈ ਸਪੈਸੀਫਿਕ ਟੋਪਿਕ ਨਹੀਂ ਸੀ ਵੀ ਮੈਂ ਹੈ ਨਾ ਪਹਿਲਾਂ ਫੋਟੋ ਖਿੱਚਦੀ ਫਿਰ ਤੁਹਾਨੂੰ ਉਹਦੇ 'ਤੇ ਸਮਝਾਉਂਦੀ। ਸੋ ਉਹਨਾਂ ਨੇ ਕੀ ਦੇਖੋ, ਵਾਈਟਲ ਫੋਰਸ ਥਿਊਰੀ, ਹੁਣ ਆਪਾਂ ਪੜ੍ਹ ਰਹੇ ਹਾਂ ਵਾਈਟਲ ਫੋਰਸ ਥਿਊਰੀ। ਠੀਕ ਹੈ। ਉਹਨਾਂ ਨੇ ਕੀ ਕਿਹਾ ਵੀ ਨਹੀਂ, ਆਪਾਂ ਬਣਾ ਨਹੀਂ ਸਕਦੇ। ਠੀਕ ਹੈ। ਪਰ ਫਿਰ ਦੇਖੋ ਹੌਲੀ ਹੌਲੀ ਕੀ ਹੋਇਆ, ਸਾਇੰਟਿਸਟ ਆਏ, ਉਹਨਾਂ ਨੇ ਕੀ ਕੀਤਾ, ਇੱਕ ਨੋਨ ਔਰਗੈਨਿਕ, ਇਨਔਰਗੈਨਿਕ ਸਬਸਟਾਂਸ ਤੋਂ ਇੱਕ ਔਰਗੈਨਿਕ ਸਬਸਟਾਂਸ ਬਣਾ ਤਾ, ਯੂਰੀਆ ਬਣਾ ਦਿੱਤਾ, ਹੈ ਨਾ। ਠੀਕ ਹੈ। ਇਨਔਰਗੈਨਿਕ ਤੋਂ ਉਹਨਾਂ ਨੇ ਔਰਗੈਨਿਕ ਕੰਪਾਊਂਡ ਬਣਾ ਤਾ। ਐਵੇਂ ਹੀ ਬਹੁਤ ਸਾਰੇ ਇਨਔਰਗੈਨਿਕ ਤੋਂ ਔਰਗੈਨਿਕ ਕੰਪਾਊਂਡਸ ਬਣਾਏ ਗਏ। ਅਤੇ ਫਿਰ 19th ਸੈਂਚੁਰੀ ਦੇ ਮੱਧ ਦੇ ਵਿੱਚ ਜੋ ਵਾਈਟਲ ਫੋਰਸ ਥਿਊਰੀ ਸਾਇੰਟਿਸਟ ਨੇ ਦਿੱਤੀ ਸੀ, ਉਹਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ। ਕਿਉਂਕਿ ਫਿਰ ਔਰਗੈਨਿਕ ਕੈਮਿਸਟਰੀ ਨੂੰ ਨਾਮ ਕੀ ਦੇ ਤਾ ਵੀ, ਕਹਿੰਦੇ ਉਹਨੂੰ ਉਹ ਕੈਮਿਸਟਰੀ ਹੈਗੀ ਹੈ ਜਿਹਦੇ ਵਿੱਚ ਆਪਾਂ ਕਾਰਬਨ ਕੰਪਾਊਂਡਸ ਬਾਰੇ ਪੜ੍ਹਦੇ ਹਾਂ। ਠੀਕ ਹੈ। ਅਤੇ ਔਰਗੈਨਿਕ ਕੰਪਾਊਂਡਸ ਜਿਹੜੇ ਸਾਰੇ ਨੇ ਉਹਨਾਂ ਵਿੱਚ ਕਾਰਬਨ ਹੁੰਦਾ। ਠੀਕ ਹੈ। ਕਿਉਂਕਿ ਕਾਰਬਨ ਇੱਕ ਔਰਗੈਨਿਕ ਕੰਪਾਊਂਡ ਹੈ, ਆਪਣੇ ਵਿੱਚ ਵੀ ਆਪਾਂ ਵੀ ਕਾਰਬਨ ਤੋਂ ਹੀ ਬਣੇ ਹੋਏ ਹਾਂ। ਠੀਕ ਹੈ। ਅਤੇ ਫਿਰ ਇਹ ਨਾਮ ਦੇ ਦਿੱਤਾ ਗਿਆ, ਮਤਲਬ ਇੰਨਾ ਤਾਂ ਫਿਰ ਪਤਾ ਚੱਲ ਗਿਆ ਵੀ ਹਾਂ ਔਰਗੈਨਿਕ ਕੰਪਾਊਂਡਸ ਆਪਾਂ ਬਣਾ ਸਕਦੇ ਹਾਂ। ਠੀਕ ਹੈ। ਸਟੱਡੀ ਕੀਤੀ ਵੀ ਉਹ ਕਾਰਬਨ ਕੰਪਾਊਂਡਸ ਨੇ। ਠੀਕ ਹੈ। ਔਰਗੈਨਿਕ ਕੰਪਾਊਂਡਸ। ਪਰ ਦੇਖੋ, ਫਿਰ ਉਹਨਾਂ ਨੇ ਇੱਥੇ ਲਿਖਿਆ ਵੀ ਹੋਇਆ ਹੈ, ਔਰਗੈਨਿਕ ਕੈਮਿਸਟਰੀ ਇਜ਼ ਦ ਕੈਮਿਸਟਰੀ ਆਫ ਕਾਰਬਨ ਕੰਪਾਊਂਡਸ। ਠੀਕ ਹੈ। ਪਰ ਦੇਖੋ ਫਿਰ ਕੀ ਹੋਇਆ, ਹੁਣ ਇਹ ਡੈਫੀਨੇਸ਼ਨ ਕੀ ਸੀ? ਅਧੂਰੀ ਸੀ। ਠੀਕ ਹੈ। ਕਿਉਂਕਿ ਕਾਰਬਨ ਕੰਪਾਊਂਡਸ ਬਹੁਤ ਤਰ੍ਹਾਂ ਦੇ ਹੁੰਦੇ ਨੇ, ਡਾਇਮੰਡ ਵੀ ਤਾਂ ਇੱਕ ਕਾਰਬਨ ਦਾ ਕੰਪਾਊਂਡ ਹੈ, ਪਰ ਔਰਗੈਨਿਕ ਤਾਂ ਨਹੀਂ ਹੈਗਾ, ਹੈ ਨਾ। ਫਿਰ ਦੇਖੋ, ਜੋ ਐਲੋਟ੍ਰੋਪਸ ਨੇ, ਉਹਨਾਂ ਨੂੰ ਆਪਾਂ ਐਲੋਟ੍ਰੋਪਸ ਬੋਲਦੇ ਹਾਂ, ਜਿਵੇਂ ਕਾਰਬਨ ਦਾ ਡਾਇਮੰਡ ਹੈਗਾ, ਆਪਾਂ ਗ੍ਰੇਫਾਈਟ ਪੜ੍ਹਿਆ, ਹੈ ਨਾ। ਅਤੇ ਫਿਰ ਦੇਖੋ ਕੀ ਹੁੰਦਾ ਹੈ ਵੀ, ਕਹਿੰਦੇ ਵੀ ਇਹ ਡੈਫੀਨੇਸ਼ਨ ਤਾਂ ਬਈ ਸਹੀ ਨਹੀਂ ਹੈਗੀ। ਠੀਕ ਹੈ। ਵੀ ਅੱਧ ਅਧੂਰੀ ਜੀ ਹੈ। ਫਿਰ ਦੁਬਾਰਾ ਜੋ ਔਰਗੈਨਿਕ ਕੈਮਿਸਟਰੀ ਹੈ, ਹੁਣ ਉਹਨੂੰ ਕੀ ਕਿਹਾ ਜਾਂਦਾ, ਜਿਹੜੀ ਮੋਡਰਨ ਡੈਫੀਨੇਸ਼ਨ ਹੈਗੀ ਔਰਗੈਨਿਕ ਕੈਮਿਸਟਰੀ ਦੀ, ਕਹਿੰਦੇ ਔਰਗੈਨਿਕ ਕੈਮਿਸਟਰੀ ਇਜ਼ ਦ ਕੈਮਿਸਟਰੀ ਆਫ ਹਾਈਡਰੋਕਾਰਬਨਸ ਐਂਡ ਦੇਅਰ ਡੈਰੀਵੇਟਿਵਸ। ਮਤਲਬ ਜੋ ਔਰਗੈਨਿਕ ਕੈਮਿਸਟਰੀ ਹੈਗੀ, ਉਹ ਬ੍ਰਾਂਚ ਹੈਗੀ ਹੈ ਕੈਮਿਸਟਰੀ ਦੀ ਹਾਈਡਰੋਕਾਰਬਨਸ ਦੀ, ਮਤਲਬ ਜਿਹਦੇ ਵਿੱਚ ਹਾਈਡਰੋਜਨ ਹੋਵੇ, ਕਾਰਬਨ ਹੋਵੇ, ਅਤੇ ਜਾਂ ਫਿਰ ਉਹਨਾਂ ਦੇ ਮਿਲਦੇ ਜੁਲਦੇ ਕੁਛ ਡੈਰੀਵੇਟਿਵਸ ਹੋਣ, ਹੈ ਨਾ, ਨਾਲ ਲੱਗਦੀਆਂ ਕੁਛ ਚੀਜ਼ਾਂ ਹੋਣ। ਬਟ ਬੇਸਿਕਲੀ ਜੋ ਔਰਗੈਨਿਕ ਕੈਮਿਸਟਰੀ ਕਾਰਬਨ ਅਤੇ ਹਾਈਡਰੋਜਨ ਦੀ ਹੋਵੇ। ਠੀਕ ਹੈ। ਇਹ ਆਪਾਂ ਨੇ ਹਾਈਡਰੋਕਾਰਬਨਸ ਪੜ੍ਹਨਾ। ਅਤੇ ਦੇਖੋ, ਆਪਾਂ 10th ਦੇ ਵਿੱਚ ਪੜ੍ਹਿਆ ਸੀ ਜੋ ਕਾਰਬਨ ਹੈਗਾ, ਕਾਰਬਨ ਵਾਲੇ ਆਪਾਂ ਡਿਟੇਲ ਦੇ ਚੈਪਟਰ ਪੜ੍ਹ ਕੇ ਆਏ ਹਾਂ, ਹੈ ਨਾ, ਪੜ੍ਹ ਕੇ ਆਏ ਹਾਂ। ਸੋ ਦੇਖੋ, ਸਭ ਤੋਂ ਪਹਿਲਾਂ ਕਾਰਬਨ ਦਾ ਤੁਸੀਂ ਮੈਨੂੰ ਦੱਸੋ ਐਟੋਮਿਕ ਨੰਬਰ। ਕਾਰਬਨ ਦਾ ਐਟੋਮਿਕ ਨੰਬਰ ਜਿਹਨੂੰ ਆਪਾਂ Z ਨਾਲ ਸ਼ੋ ਕਰਦੇ ਹਾਂ, ਉਹ ਹੁੰਦਾ ਆਪਣੇ ਕੋਲ 6। ਤਾਂ ਇਹਦੀ ਫਿਰ ਸਾਡੇ ਕੋਲ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਆ ਜਾਏਗੀ 2,4। ਠੀਕ ਹੈ। ਜਾਂ ਦੂਜੀ ਕਰਕੇ ਵੇਖੀਏ ਤਾਂ 1s2। ਠੀਕ ਹੈ। 2s2, 2p2, ਇਹ ਹੋ ਜਾਏਗੀ ਆਪਣੇ ਕੋਲ, ਹੈ ਨਾ। ਹੁਣ ਦੇਖੋ, ਲਾਸਟ ਸ਼ੈਲ ਦੇ ਵਿੱਚ ਆਪਣੇ ਕੋਲ 4 ਇਲੈਕਟ੍ਰੋਨਸ ਨੇ, 2,4, ਹੈ ਨਾ, 4 ਇਲੈਕਟ੍ਰੋਨਸ ਨੇ। ਤਾਂ ਮਤਲਬ ਇਹਦੀ ਵੈਲੈਂਸੀ ਕਿੰਨੀ ਹੈਗੀ ਆਪਣੇ ਕੋਲ? ਵੈਲੈਂਸੀ ਕਿੰਨੀ ਆ ਗਈ? 4 ਆ ਗਈ। ਹੁਣ ਕਾਰਬਨ ਕੀ ਕਰੇਗਾ? ਜਾਂ ਤਾਂ 4 ਇਲੈਕਟ੍ਰੋਨਸ ਲੂਜ਼ ਕਰੇ ਤਾਂ ਕਿ ਪੋਜ਼ੀਟਿਵ ਚਾਰਜ ਹੋ ਜਾਏ, ਹੈ ਨਾ। ਅਤੇ ਜਾਂ 4 ਕੀ ਕਰੇ? ਉਹ ਲੂਜ਼ ਕਰ ਦੇ। ਜਾਂ 4 ਕੀ ਉਹ ਕਰ ਲਏ? ਗੇਨ ਕਰ ਲਏ 8 ਪੂਰੇ ਕਰਨ ਲਈ। ਪਰ ਫਿਰ ਦੇਖੋ, ਹੁਣ ਇੰਨੇ ਜ਼ਿਆਦਾ ਇਲੈਕਟ੍ਰੋਨਸ ਲੂਜ਼ ਜਾਂ ਗੇਨ ਕਰਨਾ ਇਜ਼ ਨੋਟ ਅ ਈਜ਼ੀ ਜੋਬ, ਬਹੁਤ ਡਿਫੀਕਲਟ ਹੈ ਨਾ। ਫਿਰ ਬਈ ਕਾਰਬਨ ਕੀ ਕਹਿੰਦਾ, ਨਾ ਤਾਂ ਮੈਂ ਇਲੈਕਟ੍ਰੋਨ ਲੂਜ਼ ਕਰਨੇ ਆ, ਨਾ ਮੈਂ ਇਲੈਕਟ੍ਰੋਨ ਗੇਨ ਕਰਨੇ ਆ, ਮੈਂ ਇਲੈਕਟ੍ਰੋਨਸ ਸ਼ੇਅਰ ਕਰ ਲਾਂਗਾ। ਠੀਕ ਹੈ। ਜੇ ਮੰਨ ਕੇ ਚੱਲੋ
ਮੇਰੇ ਕੋਲ ਹੈਗਾ ਬਲੂ ਪੈਨ ਹੈਗਾ, ਮੇਰੀ ਫਰੈਂਡ ਕੋਲ ਹੈਗਾ ਬਲੈਕ ਪੈਨ, ਠੀਕ ਹੈ। ਉਹਦੇ ਕੋਲ ਬਲੂ ਨਹੀਂ ਹੈਗਾ, ਮੇਰੇ ਕੋਲ ਬਲੈਕ ਨਹੀਂ ਹੈਗਾ, ਠੀਕ ਹੈ। ਹੁਣ ਮੈਂ ਉਹਨੂੰ ਅਗਰ ਬਲੂ ਵੀ ਨਹੀਂ ਦੇ ਸਕਦੀ, ਮੈਂ ਉਹ ਤੋਂ ਇਕੱਲਾ ਬਲੈਕ ਵੀ ਨਹੀਂ ਲੈ ਸਕਦੀ, ਉਹ ਕਿੰਨਾ ਕੰਮ ਕਰੂਗੀ। ਫਿਰ ਅਸੀਂ ਇੱਕ ਡੀਲ ਕੀਤੀ, ਠੀਕ ਹੈ। ਡੀਲ ਕੀ ਕੀਤੀ ਅਸੀਂ ਕਿ ਇਹ ਜਿਹੜਾ ਮੇਰਾ ਬਲੂ ਪੈਨ ਹੈ, ਠੀਕ ਹੈ, ਅਤੇ ਆ ਜਿਹੜਾ ਤੇਰਾ ਬਲੈਕ ਪੈਨ ਹੈ, ਠੀਕ ਹੈ, ਇਹ ਆਪਾਂ ਸ਼ੇਅਰ ਕਰ ਲੈਂਦੇ ਹਾਂ ਵੀ ਤੂੰ ਮੇਰਾ ਬਲੂ ਪੈਨ ਵੀ ਯੂਜ਼ ਕਰ ਲੈ, ਮੈਂ ਤੇਰਾ ਬਲੈਕ ਯੂਜ਼ ਕਰ ਲੂੰਗੀ, ਠੀਕ ਹੈ। ਇਸ ਤਰੀਕੇ ਦੇ ਨਾਲ ਇਹ ਸਾਡੇ ਨਾਲ ਡੀਲ ਹੋ ਗਈ। ਮਤਲਬ ਹੁਣ ਉਹ ਬਲੂ ਪੈਨ ਮੇਰਾ ਵੀ ਹੈ ਅਤੇ ਉਹ ਬਲੈਕ ਪੈਨ ਵੀ ਮੇਰਾ ਹੈ, ਉਹ ਬਲੂ ਪੈਨ ਉਹਦਾ ਵੀ ਹੈ, ਉਹ ਬਲੈਕ ਪੈਨ ਉਹਦਾ ਵੀ ਹੈ, ਮਤਲਬ ਦੋਨੋਂ ਚੀਜ਼ਾਂ ਦੋ ਜਣਿਆਂ ਦੀਆਂ ਹੋ ਗਈਆਂ, ਠੀਕ ਹੈ। ਇਹ ਕੀ ਹੋ ਗਈ, ਸ਼ੇਅਰਿੰਗ ਹੋ ਗਈ। ਸੋ ਕਾਰਬਨ ਕੀ ਕਹਿੰਦਾ, ਮੈਂ ਇਲੈਕਟ੍ਰੋਨ ਸ਼ੇਅਰ ਕਰਾਂਗਾ, ਠੀਕ ਹੈ। ਸੋ ਕਾਰਬਨ ਦੇ ਕੋਲ ਹੈਗੀ ਹੈ ਟੈਟਰਾਵੈਲੈਂਸੀ। ਹਾਂਜੀ ਦੇਖੋ ਆਪਾਂ ਕਾਰਬਨ ਦੀਆਂ ਵੈਸੇ ਦੋ ਪ੍ਰੋਪਰਟੀਜ਼ ਪੜ੍ਹ ਆਏ ਹਾਂ, ਪਰ ਇੱਕ ਵਾਰ ਦੁਬਾਰਾ ਰਿਕਾਲ ਕਰਦੇ ਹਾਂ। ਇੱਕ ਕਾਰਬਨ ਦੀ ਹੈਗੀ ਹੈ ਟੈਟਰਾਵੈਲੈਂਸੀ, ਕਿ 4 ਵੈਲੈਂਸੀ ਹੋਣ ਦੇ ਕਰਕੇ ਉਹ ਕੀ ਕਰਦਾ, ਇਲੈਕਟ੍ਰੋਨ ਸ਼ੇਅਰ ਕਰਦਾ, ਠੀਕ ਹੈ। ਅਤੇ ਇੱਕ ਕਾਰਬਨ ਦੇ ਕੋਲ ਇੱਕ ਪ੍ਰੋਪਰਟੀ ਹੁੰਦੀ ਹੈ ਕੈਟੀਨੇਸ਼ਨ ਦੀ, ਉਹ ਵੀ ਪੜ੍ਹਦੇ ਹਾਂ, ਠੀਕ ਹੈ, ਕੈਟੀਨੇਸ਼ਨ ਦੀ। ਸੋ ਦੇਖੋ ਜੋ ਟੈਟਰਾਵੈਲੈਂਸੀ ਹੈਗੀ ਆਪਣੇ ਕੋਲ ਹੈ ਨਾ, 4 ਨਾ ਪਲੱਸ ਕਰੇਗਾ, ਆਪਾਂ ਨੂੰ ਪਤਾ ਨਾ ਉਹ ਗੇਨ ਕਰੇਗਾ ਨਾ ਉਹ ਲੂਜ਼ ਕਰੇਗਾ, ਤਾਂ ਇਸ ਕਰਕੇ ਸ਼ੇਅਰਿੰਗ ਕਰੇਗਾ। ਸ਼ੇਅਰਿੰਗ ਵਾਲੇ ਬੌਂਡ ਨੂੰ ਆਪਾਂ ਕੀ ਬੋਲਦੇ ਹਾਂ, ਕੋਵਲੈਂਟ ਬੌਂਡ। ਆਪਾਂ ਪੜ੍ਹ ਕੇ ਆਏ ਹਾਂ 4th ਚੈਪਟਰ ਦੇ ਵਿੱਚ ਸਭ ਕੁਛ ਡਿਟੇਲ 'ਚ, ਸਿਗਮਾ ਬੌਂਡ, ਪਾਈ ਬੌਂਡ, ਕੋਵਲੈਂਟ ਬੌਂਡ, ਆਇਨਿਕ ਬੌਂਡ। ਅਤੇ ਕਾਰਬਨ ਜਿਹੜਾ ਹੈਗਾ ਉਹ ਕੀ ਬਣਾਉਂਦਾ, ਕੋਵਲੈਂਟ ਬੌਂਡ। ਕੀ ਬਣਾਉਂਦਾ, ਕੋਵਲੈਂਟ, ਠੀਕ ਹੈ, ਕੋਵਲੈਂਟ ਬੌਂਡ ਉਹ ਬਣਾਉਂਦਾ ਕਾਰਬਨ, ਠੀਕ ਹੈ। ਹੁਣ ਦੇਖੋ ਜਿਹੜੀ ਕਾਰਬਨ ਦੀ ਟੈਂਡੈਂਸੀ ਹੈ ਨਾ ਕੋਵਲੈਂਟ ਬੌਂਡਸ ਬਣਾਉਣ ਦੀ, ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ, ਉਹਨਾਂ ਨੂੰ ਆਪਾਂ ਬੋਲਦੇ ਹਾਂ ਟੈਟਰਾਵੈਲੈਂਸੀ। ਦੇਖੋ ਜੋ ਕਾਰਬਨ ਹੈ 4 ਜਣਿਆਂ ਦੇ ਨਾਲ ਉਹ ਬੌਂਡ ਬਣਾ ਸਕਦਾ, ਮਤਲਬ ਹਰ ਇੱਕ ਕਾਰਬਨ ਦੇ ਕੋਲ 4 ਜਣੇ ਹੋਣੇ ਚਾਹੀਦੇ ਆ, ਠੀਕ ਹੈ। ਮੰਨ ਕੇ ਚਲੋ 2 ਕਾਰਬਨ ਨੇ, ਸੋ ਇਹਦੇ ਕੋਲ ਵੀ 4 ਬੌਂਡ ਹੋਣੇ ਚਾਹੀਦੇ ਨੇ। ਦੇਖੋ 1 2 3 4, ਇਹਦੇ ਕੋਲ ਵੀ 4 ਹੋਣੇ ਚਾਹੀਦੇ ਨੇ, 1 2 3 4, ਇਸ ਤਰੀਕੇ ਦੇ ਨਾਲ, ਮਤਲਬ 4 ਜਣਿਆਂ ਨਾਲ ਉਹ ਅਟੈਚ ਹੋਣਾ ਚਾਹੀਦਾ, ਠੀਕ ਹੈ। ਅਤੇ ਉਸ ਤੋਂ ਬਾਅਦ ਦੇਖੋ ਆਪਾਂ ਨੇ ਪੜ੍ਹਨਾ ਕੈਟੀਨੇਸ਼ਨ। ਜਿਹੜੀ ਕੈਟੀਨੇਸ਼ਨ ਹੈ, ਵੈਸੇ ਅਸੀਂ 10th ਵਿੱਚ ਪੜ੍ਹ ਆਏ ਹਾਂ ਕਿ ਕੈਟੀਨੇਸ਼ਨ ਕੀ ਹੁੰਦਾ, ਪਰ ਰਿਵੀਜ਼ਨ ਦੇਖੋ। ਕਹਿੰਦੇ ਜਿਹੜੀ ਕੈਟੀਨੇਸ਼ਨ ਹੈ ਇੱਕ ਯੂਨੀਕ ਪ੍ਰੋਪਰਟੀ ਹੈ ਕਾਰਬਨ ਦੀ, ਠੀਕ ਹੈ, ਕਾਰਬਨ ਦੀ ਹੈ। ਕਾਰਬਨ ਦੇ ਵਿੱਚ ਦੇਖੋ ਉਹ ਪ੍ਰੋਪਰਟੀ ਹੈ ਕਿ ਉਹ ਆਪਣੇ ਹੀ ਐਟਮ ਦੇ ਨਾਲ ਜੁੜ ਕੇ, ਮਤਲਬ ਕਾਰਬਨ ਦੇ ਨਾਲ ਜੁੜ ਕੇ ਉਹ ਬਹੁਤ ਜ਼ਿਆਦਾ ਲੰਬੀਆਂ ਲੰਬੀਆਂ ਚੇਨਸ ਬਣਾ ਲੈਂਦਾ, ਠੀਕ ਹੈ। ਮਤਲਬ ਕਿ ਦ ਪ੍ਰੋਪਰਟੀ ਆਫ ਫੋਰਮਿੰਗ ਬੌਂਡਸ, ਇਹ ਮੈਂ ਕੈਟੀਨੇਸ਼ਨ ਦੀ ਡੈਫੀਨੇਸ਼ਨ ਦੇ ਦਿੰਦੀ ਹਾਂ। ਕਹਿੰਦੇ ਦ ਪ੍ਰੋਪਰਟੀ ਆਫ ਫੋਰਮਿੰਗ ਬੌਂਡਸ ਵਿਦ ਐਟਮਸ ਆਫ ਦ ਸੇਮ ਐਲੀਮੈਂਟ ਇਜ਼ ਕਾਲਡ ਕੈਟੀਨੇਸ਼ਨ। ਮਤਲਬ ਬੌਂਡ ਬਣਾਉਣ ਦੀ ਸੇਮ ਐਲੀਮੈਂਟ ਦੇ ਨਾਲ, ਉਹਨੂੰ ਆਪਾਂ ਬੋਲਦੇ ਹਾਂ ਕੈਟੀਨੇਸ਼ਨ। ਆਪਾਂ ਪੜ੍ਹਿਆ ਸੀ ਵੀ ਸੈਲਫ ਲਿੰਕਿੰਗ, ਠੀਕ ਹੈ, 10th ਦੇ ਵਿੱਚ ਆਪਾਂ ਕੀ ਪੜ੍ਹਿਆ ਸੀ ਵੀ ਕੈਟੀਨੇਸ਼ਨ ਜਿਹੜੀ ਹੈਗੀ ਹੈ, ਕੈਟੀਨੇਸ਼ਨ, ਠੀਕ ਹੈ, ਜੋ ਕੈਟੀਨੇਸ਼ਨ ਹੈ that is the self linking ability। ਸੈਲਫ ਲਿੰਕਿੰਗ ਐਬਿਲਿਟੀ ਨੂੰ ਆਪਾਂ ਕੀ ਬੋਲਦੇ ਹਾਂ, ਕੈਟੀਨੇਸ਼ਨ ਬੋਲਦੇ ਹਾਂ, ਠੀਕ ਹੈ, ਵੀ ਆਪਣੇ ਆਪ ਦੇ ਨਾਲ ਜੋ ਐਡ ਹੋਣ ਦੀ। ਦੇਖੋ ਫਿਰ ਅੱਗੇ ਨਾ ਆਪਾਂ ਚੇਨਸ, ਜਿਵੇਂ ਆਪਾਂ ਕਹਿ ਦਈਏ ਵੀ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਅੱਗੇ ਕੰਮ ਆਊਗਾ। ਕਾਰਬਨ ਚੇਨਸ ਬਣਾਉਂਦਾ ਲੰਬੀਆਂ ਲੰਬੀਆਂ, ਮੈਂ ਤੁਹਾਨੂੰ ਦੱਸਤਾ ਸੈਲਫ ਲਿੰਕਿੰਗ, ਆਪਣੇ ਨਾਲ ਆਪਣੇ ਐਟਮ ਨੂੰ ਲਿੰਕ ਕਰ ਕਰਕੇ ਲੰਬੀਆਂ ਲੰਬੀਆਂ ਚੇਨਸ ਬਣਾਉਂਦਾ। ਹੁਣ ਉਹ ਜਿਹੜੀਆਂ ਚੇਨਸ ਨੇ ਉਹ 3 ਟਾਈਪਸ ਦੀਆਂ ਨੇ। ਇੱਕ ਹੈਗੀ ਆਪਣੇ ਕੋਲ ਲੀਨੀਅਰ ਚੇਨ, ਠੀਕ ਹੈ। ਇਹ ਵੀ ਮੈਂ ਫੋਟੋ ਨਹੀਂ ਲੈ ਕੇ ਆਈ ਇਹਦੀ, ਕਿਉਂਕਿ ਆਪਾਂ ਬਣਾਵਾਂਗੇ ਤਾਂ ਹੀ ਆਏਗੀ, ਕਿਉਂਕਿ ਅਗਰ ਮੈਂ ਪਹਿਲਾਂ ਹੀ ਉਹ ਤੁਹਾਨੂੰ ਸਟਰਕਚਰ ਬਣਾਇਆ ਲਿਆਤਾ ਫਿਰ ਆਪਾਂ ਨੂੰ ਉਹ ਨਹੀਂ ਹੈ ਨਾ ਹੋਣਾ ਹੈਗਾ, ਸਮਝ ਨਹੀਂ ਲੱਗਣਾ। ਤਾਂ ਮੈਂ ਨਾਲ ਨਾਲ ਬਣਾਉਂਗੀ, ਨਾਲ ਨਾਲ ਤੁਹਾਨੂੰ ਸਮਝ ਲੱਗੇਗੀ, ਨਾਲ ਨਾਲ ਤੁਸੀਂ ਬਣਾਇਓ। ਦੇਖੋ ਜੋ ਲੀਨੀਅਰ ਚੇਂਜ ਹੁੰਦੀ ਹੈ, ਲੀਨੀਅਰ ਮਤਲਬ ਸਿੰਪਲ ਲਾਈਨ, ਠੀਕ ਹੈ, ਸਿੱਧੀ। ਸੋ ਲੀਨੀਅਰ ਚੇਂਜ ਹੋਏਗੀ ਜੋ ਇਸ ਤਰੀਕੇ ਦੇ ਨਾਲ, ਐਵੇਂ ਕਾਰਬਨ ਨਾਲ ਜੁੜੇ ਹੋਣਗੇ, ਇਹ ਇੱਥੇ ਹਾਈਡਰੋਜਨ ਲੱਗੇ ਹੋਣਗੇ, ਮਤਲਬ ਸਿੰਪਲ ਪਲੇਨ ਜਿਹੜੀ ਹੋਏਗੀ ਲਾਈਨ ਵਾਲੀ, ਠੀਕ ਹੈ, ਉਹ ਲੀਨੀਅਰ ਹੋਏਗੀ। ਫਿਰ ਸਾਡੇ ਕੋਲ ਆਉਂਦੀ ਹੈ ਜੀ ਬ੍ਰਾਂਚਡ, ਕਿਹੜੀ ਆਉਂਦੀ ਹੈ, ਬ੍ਰਾਂਚਡ, ਠੀਕ ਹੈ। ਹੁਣ ਜਿਹੜੀ ਬ੍ਰਾਂਚਡ ਚੇਨ ਹੈਗੀ ਹੈ, ਨਾਮ ਤੋਂ ਹੀ ਪਤਾ ਲੱਗਦਾ ਪਿਆ, ਮਤਲਬ ਮੰਨ ਕੇ ਚਲੋ ਇੱਥੇ ਕੋਈ ਕਾਰਬਨ ਹੈਗਾ, ਠੀਕ ਹੈ, ਫਿਰ ਇੱਥੇ ਨੀਚੇ ਕਾਰਬਨ ਲੱਗ ਗਿਆ, ਠੀਕ ਹੈ, ਇੱਥੇ ਹਾਈਡਰੋਜਨ ਲੱਗ ਗਏ ਸਾਰੇ, ਹੈ ਨਾ, ਇਸ ਤਰੀਕੇ ਦੇ ਨਾਲ ਇਹ ਹੋਏਗੀ ਬ੍ਰਾਂਚ, ਜੋ ਬ੍ਰਾਂਚਿਸ ਦੇ ਵਿੱਚ ਹੋਏਗੀ, ਠੀਕ ਹੈ। ਹੁਣ ਇਹ ਇਸ ਤਰੀਕੇ ਦੇ ਨਾਲ ਹੋ ਸਕਦੀ ਹੈ, ਉੱਪਰ ਨੀਚੇ, ਜਿਵੇਂ ਮੰਨ ਕੇ ਚਲੋ ਇਹ 3 ਕਾਰਬਨ ਨੇ, ਇਹਦੇ ਦੇਖੋ ਇੱਥੇ ਵੀ ਲੱਗ ਗਿਆ ਕਾਰਬਨ, ਇੱਕ ਕਾਰਬਨ ਉੱਤੇ ਲੱਗ ਗਿਆ, ਇਸ ਤਰੀਕੇ ਦੇ ਨਾਲ, ਠੀਕ ਹੈ। ਅਤੇ ਫਿਰ ਇੱਕ ਹੁੰਦੀ ਹੈ ਆਪਣੇ ਕੋਲ ਰਿੰਗਸ, ਠੀਕ ਹੈ, ਇੱਕ ਕਿਹੜੀ ਹੁੰਦੀ ਹੈ, ਰਿੰਗਸ। ਹੁਣ ਰਿੰਗਸ ਡਿਫਰੈਂਟ ਟਾਈਪਸ ਦੀਆਂ ਬਣਨਗੀਆਂ, ਜਿਹੜੇ ਤਾਂ ਆਪਣੇ ਕੋਲ ਜਾਂ ਇੱਕ ਆਪਣੇ ਕੋਲ ਸਟਰਕਚਰ ਹੋਣਾ ਇਸ ਤਰੀਕੇ ਦੇ ਨਾਲ ਵੀ 4 ਕਾਰਬਨ ਦਾ, ਇਹ ਤਰੀਕੇ ਦੇ ਨਾਲ ਆਪਣੇ ਕੋਲ ਰਿੰਗਸ ਬਣ ਸਕਦੀਆਂ ਨੇ, ਠੀਕ ਹੈ, ਇਵੇਂ। ਦੇਖੋ ਮੈਂ ਲਾਈਨਸ ਕਿਉਂ ਡਰੋ ਕਰ ਰਹੀ ਹਾਂ, ਦੇਖੋ
एक बार इत्थे समझ लो ब्रेक लैके, आह अपने कोल एक कार्बन सी, 4 बॉन्ड्स पूरे होने चाहिए ने, 1 2 3 4, फिर इत्थे कार्बन 1 2 3 एक वाला 4, ठीक है, फिर 1 2 3 4 इस तरीके दे नाल, ठीक है। ये अपने कोल रिंग्स ये हो गई। एक रिंग किवें हो सकती है, मान के चलो भी एक कार्बन आ सी, एक कार्बन आ, एक कार्बन आ, एक कार्बन आ, एक कार्बन आ, ठीक है। ये इस तरीके दे नाल अपने आप नाल एक है ना पेंटागन दी शेप दे विच भी जोड़ सकते हैं। इत्थे तुसीं हाइड्रोजन ला दोगे है ना, इवें मतलब एक रिंग है, मतलब रिंग की है भी क्लोज है, एक क्लोज स्ट्रक्चर भी बन सकता है, ठीक है। ये अपने को रिंग्स हो गया। इत्थे बेसिक आप पढ़ लिया भी की हुंदा वाइटल फोर्स, पहला हिस्टरी पता कर ली भी, हाँ पहला ऑर्गैनिक कैमिस्ट्री नूं एवें समझिया जांदा सी, अब डेफिनेशन पढ़ ली, कार्बन दा बेसिक नेचर असीं पढ़ लिया। हुण देखो जो चैप्टर स्टार्ट हुंदा 4th चैप्टर दे विच आपां जो टॉपिक्स पढ़ के आए हैं वो इस चैप्टर दे विच हुण अगे यूज़ होणगे, ठीक है। हुण सब तो पहलां आपां ने एक चीज़ पढ़ी सी हाइब्रिडाइजेशन, है ना, वो भी इत्थे काम आउण वाली है। जिहड़े अपने कोल मॉलीक्यूल्स ने, जिवें आपां अगे पढ़ना भी मिथेन हो गया है ना, इथेन हो गया, ये आपां 10th च पढ़ के आए हैं, मिथेन इथेन, या होर भी बहुत सारे जिहड़े मॉलीक्यूल्स ने ना, उन्हां दियां शेप्स कितों सानूं पता चलणगियां, हाइब्रिडाइजेशन तो। सो इस करके हाइब्रिडाइजेशन असीं पढ़ी हुई है, वैसे एक बार उहनूं रिवाइज़ करांगे, ठीक है। तो ਉਹਦੇ ਵਿੱਚ बस की ਹੁੰਦਾ है कि जिवें मान के चलो ਆਪਾਂ ने ऑर्बिटल्स ਦੇ ਵਿੱਚ इलैक्ट्रॉन पूरे करने चाहिए, जिवें मान के चलो ਇੱਥੇ ਹੁਣ ਇੱਥੇ ਅੱਛਾ बनना नहीं, सो जिवें एक कार्बन आ सी, एक इलैक्ट्रॉन आ, ਤੇ ਇਹਦੇ ਵਿੱਚ ਵੀ ਇੱਕ ਇੱਕ ਇਲੈਕਟ੍ਰੋਨ ਹੈ, ठीक है। ਹੁਣ ਆਪਾਂ ਕੀ ਕਰਨਾ, देखो कार्बन ਦੇ ਕੋਲ ਹੋਣੇ ਤੇ ਚਾਹੀਦੇ ਨੇ 4, क्योंकि 4 ਨਾਲ ਉਹ ਬੌਂਡ ਬਣਾ ਸਕਦਾ है। फिर ਆਪਾਂ ਕੀ ਕਰਾਂਗੇ कि जो ए वाला इलैक्ट्रॉन है ਇਹਨੂੰ ਚੱਕ ਕੇ ਇੱਥੇ ਲੈ ਆਵਾਂਗੇ, ठीक है। फिर ये भी खाली, ये भी कल्ला इलैक्ट्रॉन, ये भी कल्ला, ये भी कल्ला, ये भी कल्ला, 4 हो गए। सो इस तरीके ਦੇ ਨਾਲ ਆਪਾਂ ਹਾਈਬ੍ਰਿਡਾਈਜੇਸ਼ਨ ਕਰਦੇ ਸੀ, ठीक है। ਉਹ ਆਪਾਂ बस ਇੱਥੇ पढ़ना एक अपना वो थोड़ा बेसिक कॉन्सैप्ट रहेगा, ठीक है। फिर सिग्मा बॉन्ड ते पाई बॉन्ड, देखो बहुत ईजी सी सिग्मा बॉन्ड, जो सिग्मा बॉन्ड ये क्वेश्चन भी आते हैं भी दसो भाई सिग्मा बॉन्ड केड़ा, पाई बॉन्ड केड़ा ते पाई बॉन्ड, ठीक है। सो देखो सिग्मा बॉन्ड जिहड़ा हैगा सी, जिहड़ा सिग्मा बॉन्ड सी साडे कोल वो की सी, ओवरलैपिंग किहड़ी हुंदी सी, हैड टू हैड है ना, हैड टू हैड, जिवें एस ऑर्बिटल हैड टू हैड हो गए, एक आ मान लो पी ऑर्बिटल, एक आ भी पी ऑर्बिटल, हैड टू हैड ओवरलैपिंग होएगी, ठीक है। एक आ एस ऑर्बिटल ते एक आ पी ऑर्बिटल, ਤਿੰਨ ਜਣਿਆਂ ਦੇ ਵਿੱਚ ਕੀ ਹੁੰਦਾ ਸੀ, सिग्मा बॉन्ड, ठीक है। फिर पाई बॉन्ड की हुंदा सी, साइड बाय ओवरलैपिंग, तो वो सिर्फ पी पाए ਉਹਦੇ ਵਿੱਚ जो पी ऑर्बिटल है ਉਹਦੇ ਵਿੱਚ ਹੁੰਦੀ ਸੀ इस तरीके ਦੇ ਨਾਲ, है ना, याद आ गया। ਹੁਣ देखो जो सिग्मा बॉन्ड ਹੁੰਦਾ है, जिथों क्वेश्चन आउणगे, ਆਪਾਂ सिग्मा बॉन्ड पाई बॉन्ड पढ़ आए हैं 4th चैप्टर ਦੇ ਵਿੱਚ, ठीक है। जो सिग्मा बॉन्ड ਹੁੰਦਾ है वो ਹੁੰਦਾ है सिंगल बॉन्ड, ठीक है। एस फॉर सिग्मा, एस फॉर सिंगल, याद रखियो जिहड़े सिंगल बॉन्ड ने वो सारे ने सिग्मा बॉन्ड, ठीक है। तो जो अपने कोल पाई बॉन्ड है, पाई बॉन्ड किहड़ा होएगा, डबल ते ट्रिपल, वो दोनों की होणगे पाई बॉन्ड होणगे। जिवें मैं तुहानूं एग्जाम्पल दसदी हाँ, उन्होंने किहा CH2 डबल बॉन्ड कार्बन, फिर कार्बन दे नाल डबल बॉन्ड CH2, ठीक है। पहला आपां इहदा स्ट्रक्चर बना लीए। सो देखो स्ट्रक्चर आपां किवें बनावांगे, सब तो पहला सी अपने कोल CH2, ठीक है, मतलब जो कार्बन है, कार्बन दे नाल लगे हुए ने साडे कोल दो हाइड्रोजन लगे हुए ने, H इत्थे, एक H इत्थे, कार्बन नाल C डबल बॉन्ड, फिर C दे नाल अगे डबल बॉन्ड C उहदे नाल भी दो अपने कोल H लगे हुए ने, ये सी ना, है ना। हुण आपां ने पुछिया भी दसो इहदे विच सिग्मा बॉन्ड किन्ने आ, सब तो पहलां देखो सिग्मा बॉन्ड, सिग्मा, ठीक है। हुण देखो सिग्मा बॉन्ड एक आ सी, 2 1 हो गया, आ 2 हो गया, आ 3 आ 4, ठीक है, 4 आ हो गए। हुण जिहड़े डबल बॉन्ड हुंदे ने ना, डबल बॉन्ड्स दे विच एक बॉन्ड अपना सिग्मा बॉन्ड हुंदा है, ठीक है। जिवें दो बॉन्ड ने, दो दे विचों एक तुहाडा सिग्मा होएगा, एक तुहाडा पाई बॉन्ड होएगा। जे ट्रिपल बॉन्ड होएगा ਉਹਦੇ ਵਿੱਚ एक सिग्मा, दो पाई बॉन्ड, ठीक है। ये चीज़ बस याद रखनी है, ये एक एक्सेप्शन है। उड़ गया सब, ओके। सो C डबल बॉन्ड C ਇਹਦੇ ਨਾਲ 2H ਸੀ, ਇਹਦੇ ਨਾਲ 2H ਸੀ, है ना। ਹੁਣ देखो ਜਿਹੜਾ सिग्मा बॉन्ड है, सिग्मा बॉन्ड किन्ने अपने कोल 1 1 2 3 4 5 6, ठीक है। तो ਜਿਹੜੇ पाई बॉन्ड ने वो साडे कोल किन्ने ने 1 and 2, ठीक है, आ वाला
ਤੇ ਆਹ ਵਾਲਾ 2 ਪਾਈ ਬੌਂਡ ਨੇ ਸਾਡੇ ਕੋਲ। ਠੀਕ ਹੈ, ਇਸ ਤਰੀਕੇ ਦੇ ਨਾਲ ਕਰਨਾ। ਮਤਲਬ ਇੱਕ ਚੀਜ਼ ਅਸੀਂ ਯਾਦ ਰੱਖਣੀ ਹੈ, ਜਿਹੜੇ ਸਿੰਗਲ ਬੌਂਡ ਨੇ ਹੈ ਨਾ, ਜੋ ਸਿੰਗਲ ਬੌਂਡ ਨੇ ਉਹ ਕਿਹੜੇ ਨੇ ਆਪਣੇ ਕੋਲ, ਸਿਗਮਾ ਬੌਂਡ। ਠੀਕ ਹੈ, ਅਤੇ ਜੋ ਡਬਲ ਟ੍ਰਿਪਲ ਨੇ ਉਹ ਆਪਣੇ ਕੋਲ ਕੀ ਨੇ, ਪਾਈ ਬੌਂਡ। ਪਰ ਡਬਲ ਟ੍ਰਿਪਲ ਦੇ ਵਿੱਚੋਂ ਇੱਕ ਬੌਂਡ ਆਪਾਂ ਸਿਗਮਾ ਦਾ। ਠੀਕ ਹੈ, ਜਿਵੇਂ 3 ਨੇ, 3 ਦੇ ਵਿੱਚੋਂ 1 ਸਿਗਮਾ ਦਾ। ਠੀਕ ਹੈ, ਅਤੇ 2 ਦੇ ਵਿੱਚੋਂ 1 ਸਿਗਮਾ ਦਾ। ਠੀਕ ਹੈ, ਇਹ ਬਸ ਇੰਨੀ ਕੁ ਗੱਲ ਸੀ। ਇੱਕ ਹੋਰ ਐਗਜ਼ਾਮਪਲ ਕਰ ਲੈਂਦੇ ਹਾਂ, ਵਧੀਆ ਸਮਝ ਆ ਜਾਏਗਾ ਹੈ ਨਾ। ਸੋ ਜਿਵੇਂ ਮੰਨ ਕੇ ਚਲੋ CH3C ਟ੍ਰਿਪਲ ਬੌਂਡ N। ਠੀਕ ਹੈ, ਜਿਵੇਂ ਹੁਣ ਆਹ ਸਟਰਕਚਰ ਹੈ, ਨਾਲ ਦੇਖੋ ਜਿਵੇਂ ਆ ਮੋਲੀਕਿਊਲ ਦਾ ਆਪਾਂ ਨੂੰ ਸਟਰਕਚਰ ਆਪਾਂ ਨੂੰ ਦਿੱਤਾ ਹੋਇਆ, ਇਹ ਕੰਡੈਂਸਡ ਫਾਰਮੂਲਾ ਹੈ ਨਾ। ਆਪਾਂ ਪਹਿਲਾਂ ਇਹਨੂੰ ਐਕਸਪੈਂਡ ਕਰਾਂਗੇ। ਠੀਕ ਹੈ, ਉਹ ਵੀ ਦੱਸਾਂਗੇ ਹੁਣ ਅੱਗੇ ਆਏਗਾ। ਸੋ ਦੇਖੋ ਆਪਾਂ ਪਹਿਲਾਂ ਇਹਨੂੰ ਖੋਲ੍ਹ ਲੈਣਾ, ਮਤਲਬ ਜਿਵੇਂ ਆ ਸੀ ਸਟਰਕਚਰ ਆਪਾਂ 4 ਲੱਗਦੇ ਆ ਨਾ। ਸੋ ਦੇਖੋ ਇਸ ਤਰੀਕੇ ਦੇ ਨਾਲ 4 ਬਣਾ ਲਓ। 3 ਹਾਈਡਰੋਜਨ ਨੇ। ਠੀਕ ਹੈ, ਇੱਧਰ ਕਾਰਬਨ ਲੱਗਿਆ ਹੋਇਆ। ਕਾਰਬਨ ਦਾ ਹੁਣ ਟ੍ਰਿਪਲ ਬੌਂਡ ਹੈ ਨਾਈਟ੍ਰੋਜਨ ਦੇ ਨਾਲ। ਹੁਣ ਤੁਸੀਂ ਦੱਸੋ ਮੈਨੂੰ ਕਿੰਨੇ ਸਿਗਮਾ ਬੌਂਡ ਹੈ, ਛੇਤੀ ਕਾਊਂਟ ਕਰੋ। ਹਾਂਜੀ, ਕਿੰਨਾ ਆਨਸਰ ਆਇਆ, 5। ਵੈਰੀ ਗੁੱਡ। ਠੀਕ ਹੈ, 1 2 3 4 ਅਤੇ 1 5 ਹੋ ਗਿਆ ਆਪਣੇ ਕੋਲ ਸਿਗਮਾ ਬੌਂਡ। ਹੁਣ ਮੈਨੂੰ ਦੱਸੋ ਪਾਈ ਬੌਂਡ ਕਿੰਨੇ ਨੇ, ਛੇਤੀ। ਹਾਂਜੀ, ਪਾਈ ਬੌਂਡ ਹੈਗੇ ਨੇ ਆਪਣੇ ਕੋਲ 2। ਪਾਈ ਬੌਂਡ ਕਿੰਨੇ ਨੇ, 2। ਇਹ ਵਾਲੇ ਜਿਹੜੇ ਨੇ ਆਪਣੇ ਕੋਲ 2 ਬਚ ਗਏ, ਇਹ ਪਾਈ ਬੌਂਡ ਸੀ। ਠੀਕ ਹੈ, ਸੋ ਇਹ ਕੌਨਸੈਪਟ ਆਪਣਾ ਕਲੀਅਰ ਹੋ ਗਿਆ। ਸਿਗਮਾ ਬੌਂਡ ਅਤੇ ਪਾਈ ਬੌਂਡ ਹੁਣ ਇਹਦੇ ਵਿੱਚ ਕਨਫਿਊਜ਼ ਨਹੀਂ ਹੋਣਾ, ਕਿਉਂਕਿ ਐਗਜ਼ਾਮ ਦੇ ਵਿੱਚ ਕੁਐਸਚਨ ਆ ਜਾਂਦਾ ਹੈ ਅਕਸਰ ਹੀ। ਠੀਕ ਹੈ, ਬਹੁਤ ਸਾਰੀਆਂ ਇਹਦੇ ਵਿੱਚ ਪ੍ਰੈਕਟਿਸ ਪ੍ਰੋਬਲਮ ਹੈਗੀਆਂ ਨੇ, ਬੁੱਕਸ 'ਚ ਵੀ ਹੈਗੀਆਂ ਨੇ, ਜਾਂ ਫਿਰ ਚਲੋ ਮੈਂ ਤੁਹਾਨੂੰ ਦਿੰਦੀ ਹਾਂ, ਤੁਸੀਂ ਮੈਨੂੰ ਇਹਨਾਂ ਕੌਮੈਂਟ ਦੇ ਵਿੱਚ ਆਨਸਰ ਦਿਓ। ਠੀਕ ਹੈ, ਕੌਮੈਂਟ 'ਚ ਮੈਨੂੰ ਆਨਸਰ ਚਾਹੀਦੇ ਆ, ਅਤੇ ਜਿਹਦਾ ਆਨਸਰ ਸਹੀ ਹੋਏਗਾ ਮੈਂ ਉਹਨੂੰ ਗੁੱਡ ਲਿਖ ਕੇ ਦਊਂਗੀ। ਠੀਕ ਹੈ, ਮਤਲਬ ਉਹ ਬੱਚਾ ਅਸਲੀ 'ਚ ਪੜ੍ਹਦਾ। ਐਗਜ਼ਾਮਪਲ ਮੈਂ ਤੁਹਾਨੂੰ ਦੇ ਦਿੰਦੀ ਹਾਂ। ਠੀਕ ਹੈ, ਉਹਦੇ ਵਿੱਚ ਤੁਸੀਂ ਮੈਨੂੰ ਉਹਦਾ ਆਨਸਰ ਦੱਸਣਾ ਫਸਟ। ਠੀਕ ਹੈ, ਨੋਟ ਕਰ ਲਓ ਇਹਨੂੰ ਹੁਣ ਨਾਲ ਦੀ ਨਾਲ, ਮੈਨੂੰ ਆਨਸਰ ਚਾਹੀਦਾ। ਠੀਕ ਹੈ, ਫਸਟ ਮੈਂ ਤੁਹਾਨੂੰ ਦਿੰਦੀ ਹਾਂ ਜੀ CH2 ਡਬਲ ਬੌਂਡ CH ਐਂਡ CH2। ਠੀਕ ਹੈ, ਮੈਂ ਸਾਫ਼ ਲਿਖਣੀ ਆ, ਫਿਰ ਤੁਸੀਂ ਕਹੋਗੇ ਜੀ ਸਾਨੂੰ ਤਾਂ ਸਮਝ ਨਹੀਂ ਲੱਗਿਆ। CH2 ਡਬਲ ਬੌਂਡ CH2। ਠੀਕ ਹੈ, C। ਹੁਣ ਇਹਨੂੰ ਤੁਸੀਂ ਦੱਸੋ ਮੈਨੂੰ, C ਦੇ ਨਾਲ ਇੱਕ ਆਪਣੇ ਕੋਲ ਟ੍ਰਿਪਲ ਬੌਂਡ ਹੈਗਾ CH। ਠੀਕ ਹੈ, ਇਹ ਸਾਰਾ ਇੱਕੋ ਹੀ ਹੈ ਸਟਰਕਚਰ। ਠੀਕ ਹੈ, ਇਹਨੂੰ ਤੁਸੀਂ ਇਹਦਾ ਮੈਨੂੰ ਦੱਸਣਾ ਵੀ ਸਿਗਮਾ ਬੌਂਡ ਇਹਦੇ ਵਿੱਚ ਕਿੰਨੇ ਹੈ, ਤਾਂ ਇਹਦਾ ਮੈਨੂੰ ਦੱਸਣਾ ਤੁਸੀਂ ਪਾਈ ਬੌਂਡ ਇਹਦੇ ਵਿੱਚ ਕਿੰਨੇ ਨੇ। ਠੀਕ ਹੈ, ਪਹਿਲਾਂ ਇਹਨੂੰ ਐਕਸਪੈਂਡ ਕਰਿਓ, ਫਿਰ ਕਾਊਂਟ ਕਰਿਓ ਸਿਗਮਾ ਬੌਂਡ ਪਾਈ ਬੌਂਡ, ਅਤੇ ਉਹਦਾ ਆਨਸਰ ਦੱਸਿਓ ਵੀ ਹਾਂਜੀ ਇਹ ਜੋ ਤੁਸੀਂ ਇਕੁਏਸ਼ਨ ਦੱਸੀ ਸੀ ਉਹਦਾ ਕੀ ਹੈ, ਇਹ ਵਾਲਾ ਆਨਸਰ ਹੈ, ਇੰਨੇ ਸਿਗਮਾ ਬੌਂਡ ਨੇ, ਇੰਨੇ ਪਾਈ ਬੌਂਡ ਨੇ। ਠੀਕ ਹੈ ਜੀ, ਸੋ ਇਹ ਮੈਂ ਤੁਹਾਨੂੰ ਦਿੱਤਾ ਕੁਐਸਚਨ ਸੋਲਵ ਕਰਨ ਦੇ ਲਈ। ਠੀਕ ਹੈ, ਇਹਨੂੰ ਸੋਲਵ ਕਰੋ ਅਤੇ ਆਨਸਰ ਦਿਓ। ਉਸ ਤੋਂ ਬਾਅਦ ਹੁਣ ਆਪਾਂ ਨੇ ਅਗਲੇ ਟੌਪਿਕ 'ਤੇ ਜਾਣਾ ਹੈ, ਦੈਟ ਇਜ਼ ਸਟਰਕਚਰਲ ਰਿਪਰੈਜ਼ੈਂਟੇਸ਼ਨ ਆਫ ਔਰਗੈਨਿਕ ਕੰਪਾਊਂਡਸ। ਠੀਕ ਹੈ, ਹੁਣ ਦੇਖੋ ਸਭ ਤੋਂ ਪਹਿਲਾਂ ਸਟਰਕਚਰ ਫਾਰਮੂਲੇਜ਼ ਆਪਾਂ ਨੇ ਪੜ੍ਹਨੇ ਨੇ। ਪਹਿਲਾਂ ਮੈਂ ਤੁਹਾਨੂੰ ਦੱਸਦੀ ਹਾਂ ਜਨਰਲ ਫਾਰਮੂਲਾ। ਠੀਕ ਹੈ, ਦੇਖੋ ਆਪਾਂ ਜਦੋਂ ਹਾਈਡਰੋਕਾਰਬਨਸ ਪੜ੍ਹਦੇ ਹਾਂ, ਆਪਾਂ 3 ਚੀਜ਼ਾਂ ਪੜ੍ਹਨੇ ਆ, ਐਲਕੇਨਸ। ਠੀਕ ਹੈ, ਡਿਟੇਲਸ ਪੜ੍ਹਾਂਗੇ ਹਜੇ, ਬਸ ਮੈਂ ਬੇਸਿਕ ਜਿਹਾ ਦੱਸਣ ਲੱਗੀ ਹਾਂ। ਐਲਕੇਨ, ਠੀਕ ਹੈ, ਐਲਕੀਨ, ਠੀਕ ਹੈ, ਐਲਕਾਈਨ। ਠੀਕ ਹੈ, ਇਹਦਾ ਫਾਰਮੂਲਾ ਕੀ ਹੁੰਦਾ, CnH2n+2 CnH2n, ਅਤੇ ਇਹ ਹੁੰਦਾ CnH2n-2। ਇਹ ਆਪਣੇ ਕੋਲ ਫਾਰਮੂਲਾ ਹੁੰਦੇ ਨੇ, ਇਹਦੇ ਨਾਲ ਹੀ ਆਪਾਂ ਅੱਗੇ ਸਟਰਕਚਰਸ ਬਣਾਉਣੇ ਹੁੰਦੇ ਨੇ। ਠੀਕ ਹੈ, ਜਿਵੇਂ ਸਭ ਤੋਂ ਪਹਿਲਾਂ ਹੁੰਦਾ ਆਪਣੇ ਕੋਲ, ਆਪਾਂ ਨਾਮ ਯਾਦ ਕਰਨੇ ਨੇ ਵੀ ਪਹਿਲੇ ਨੰਬਰ 'ਤੇ ਜੇ 1 ਕਾਰਬਨ ਹੈ ਹੁੰਦਾ ਮਿਥ। ਠੀਕ ਹੈ, ਜੇ 2 ਕਾਰਬਨ ਨੇ ਫਿਰ ਹੁੰਦਾ ਇਥ, ਮਿਥੇਨ, ਇਥੇਨ। ਠੀਕ ਹੈ, ਫਿਰ ਪ੍ਰੋਪ ਜੇ 3 ਹੋਣਗੇ, ਜੇ 4 ਹੋਣਗੇ ਤਾਂ ਬਿਊਟ, ਜੇ 5 ਹੋਣਗੇ ਤਾਂ ਪੈਂਟੇਨ ਜਾਂ ਪੈਂਟੀਨ, ਜੋ ਵੀ ਹੋਏਗਾ। ਠੀਕ ਹੈ, ਇਹ ਅੱਗੇ ਆਪਣੇ ਕੋਲ ਪ੍ਰੀਫਿਕਸ ਨੇ, ਆਪਾਂ ਕੀ ਕਰਨਾ ਹੈ ਇਹਨਾਂ ਤੋਂ ਅੱਗੇ ਫਿਰ ਐਲੀਮੈਂਟ ਸਟਰਕਚਰਸ ਬਣਾਉਣੇ ਹੁੰਦੇ ਨੇ, ਕੰਪਾਊਂਡਸ ਬਣਾਉਣੇ ਹੁੰਦੇ ਨੇ। ਠੀਕ ਹੈ, ਹੁਣ ਮੰਨ ਕੇ ਚੱਲੋ ਹਲੇ ਆਪਾਂ ਇਹਨਾਂ 'ਤੇ ਡਿਸਕਸ ਇੰਨਾ ਨਹੀਂ ਕਰਦੇ। ਜਿਵੇਂ ਤੁਸੀਂ ਮੰਨ ਕੇ ਚੱਲੋ ਵੀ ਮੇਰੇ ਕੋਲ ਆ ਇੱਕ ਸਟਰਕਚਰ ਹੈ। ਠੀਕ ਹੈ, 3 ਕਾਰਬਨ ਵਾਲਾ ਮਿਥੇਨ, ਇਥੇਨ, ਇਹ ਕੀ ਹੋਏਗਾ ਆਪਣੇ ਕੋਲ ਪ੍ਰੋਪੇਨ। ਇਹ ਸਭ 'ਤੇ ਇੱਥੇ ਕੀ ਲੱਗੇ ਹੋਏ ਨੇ, ਹਾਈਡਰੋਜਨ। ਠੀਕ ਹੈ, ਇਹ ਹਾਈਡਰੋਜਨ ਲੱਗੇ ਹੋਏ ਨੇ। ਠੀਕ ਹੈ, ਹਾਈਡਰੋਜਨ ਹੋ ਗਏ। ਹੁਣ ਆਪਾਂ ਇਹ ਤਾਂ ਹੋ ਗਿਆ, ਇਹਨੂੰ ਆਪਾਂ ਕੀ ਬੋਲਦੇ ਹਾਂ, ਸਟਰਕਚਰਲ ਫਾਰਮੂਲਾ। ਠੀਕ ਹੈ, ਹੁਣ ਆਪਾਂ ਇਹਦਾ ਕੀ ਬਣਾਉਣਾ, ਕੰਡੈਂਸਡ ਫਾਰਮੂਲਾ। ਪਹਿਲਾਂ ਆਪਾਂ ਉਹ ਬਣਾਉਣਾ ਸਿੱਖਦੇ ਹਾਂ।
ਫਿਰ ਆਪਾਂ ਉਹਦੇ 'ਤੇ ਦੂਜੇ ਐਲੀਮੈਂਟਸ 'ਤੇ ਆਵਾਂਗੇ। ਠੀਕ ਹੈ, ਇਹ ਆਪਣੇ ਕੋਲ ਇੱਕ ਦਿੱਤਾ ਹੋਇਆ ਸਟਰਕਚਰਲ ਫਾਰਮੂਲਾ, ਜੇ ਪੁੱਛ ਲਏ ਵੀ ਇਹ ਕੀ ਹੈ, ਸਟਰਕਚਰਲ ਫਾਰਮੂਲਾ। ਠੀਕ ਹੈ, ਜੋ ਉਹਨਾਂ ਨੇ ਕਿਹਾ ਵੀ ਇੱਥੋਂ ਤੁਸੀਂ ਬਣਾਓ ਕੰਡੈਂਸਡ ਫਾਰਮੂਲਾ। ਕੰਡੈਂਸ ਕੀ ਹੁੰਦਾ, ਛੋਟਾ, ਸ਼ਾਰਟ ਫਾਰਮ 'ਚ। ਸੋ ਆਪਾਂ ਕਿਵੇਂ ਬਣਾਈਦਾ, ਦੇਖੋ ਜਿਵੇਂ ਆ ਪਹਿਲਾ ਹੈ। ਠੀਕ ਹੈ, ਇਹ ਕੀ ਹੈ, ਇੱਕ ਸੀ ਹੈ, ਐਚ ਦੇ ਨਾਲ ਲੱਗੇ ਹੋਏ ਨੇ 3, CH3। ਫਿਰ ਅੱਗੇ ਇੱਕ ਕਾਰਬਨ ਹੋਰ ਹੈ ਅਤੇ ਇਹਦੇ ਨਾਲ ਐਚ ਕਿੰਨੇ ਲੱਗੇ ਹੋਏ ਨੇ, 2। ਫਿਰ ਅੱਗੇ ਇੱਕ ਹੋਰ ਕਾਰਬਨ ਹੈ, ਇਹਦੇ ਨਾਲ ਐਚ ਕਿੰਨੇ ਲੱਗੇ ਹੋਏ ਨੇ, 2। ਫਿਰ ਅੱਗੇ ਇਹ 2 ਸੀ, ਇਹਦੇ ਨਾਲ 3 ਸੀ। ਠੀਕ ਹੈ, ਇਹਦੇ ਨਾਲ ਕਿੰਨੇ ਹੋ ਗਏ, 3। ਠੀਕ ਹੈ, ਇਹ ਆਪਣੇ ਕੋਲ ਕੀ ਹੋ ਜਾਏਗਾ, ਇਹਦਾ ਕੰਡੈਂਸਡ ਫਾਰਮੂਲਾ। ਇਹਨੂੰ ਆਪਾਂ ਕੀ ਬੋਲਦੇ ਹਾਂ, ਕੰਡੈਂਸਡ ਫਾਰਮੂਲਾ। ਠੀਕ ਹੈ, ਇਹ ਹੋਏਗਾ। ਹੁਣ ਦੇਖੋ ਇਸ ਤੋਂ ਬਾਅਦ ਆਪਾਂ ਇੱਕ ਚੀਜ਼ ਹੋਰ ਪੜ੍ਹਦੇ ਹੁੰਦੇ ਹਾਂ। ਠੀਕ ਹੈ, ਦੈਟ ਇਜ਼ ਬੌਂਡ ਲਾਈਨ ਸਟਰਕਚਰਲ ਫਾਰਮੂਲਾ। ਕੀ ਹੁੰਦਾ ਉਹ, ਬੌਂਡ ਲਾਈਨ ਸਟਰਕਚਰਲ ਫਾਰਮੂਲਾ। ਠੀਕ ਹੈ, ਹੁਣ ਉਹ ਦੇਖੋ ਕਿਵੇਂ ਹੋਏਗਾ, ਉਹ ਵੀ ਮੈਂ ਦੱਸ ਦਿੰਦੀ ਹਾਂ। ਬਹੁਤ ਈਜ਼ੀ ਹੈ ਇਹ, ਤਾਂ ਬਹੁਤ ਈਜ਼ੀ ਹੈ। ਦੇਖੋ ਜਿਵੇਂ ਆਪਣੇ ਕੋਲ ਕੋਈ ਕੰਪਾਊਂਡ ਹੈ, ਜਿਵੇਂ ਆਹੀ ਜੋ ਹੁਣ ਮੈਂ ਡਰੋ ਕੀਤਾ ਸੀ, ਤੁਸੀਂ ਇਹੀ ਮੰਨ ਕੇ ਚਲੋ, C 3 ਸੀ, ਆ ਬਾਕੀ ਥਾਵਾਂ 'ਤੇ ਹਾਈਡਰੋਜਨ ਲੱਗੇ ਹੋਏ ਨੇ। ਠੀਕ ਹੈ, ਹੁਣ ਦੇਖੋ ਇਹਦਾ ਬੌਂਡ ਲਾਈਨ ਸਟਰਕਚਰਲ ਫਾਰਮੂਲਾ ਕਿਵੇਂ ਬਣੇਗਾ। ਜਿਹੜੇ ਵੀ ਜਿਵੇਂ ਆ ਮੰਨ ਕੇ ਚਲੋ ਆਹ ਚੀਜ਼ ਸੀ। ਠੀਕ ਹੈ, ਹੁਣ ਇਹਦੇ ਵਿੱਚ ਆ ਜਿਹੜੇ ਟਿਪਸ ਹੋਣਗੇ, ਇਹਨਾਂ ਨੂੰ ਆਪਾਂ ਬੋਲਾਂਗੇ ਕਾਰਬਨ। ਠੀਕ ਹੈ, ਟਿਪਸ ਦਾ ਕੀ ਮਤਲਬ ਹੈ, ਕਾਰਬਨ। ਜਿੰਨੇ ਕਾਰਬਨ ਹੋਣਗੇ ਤੁਸੀਂ ਓਨੀਆਂ ਟਿਪਸ ਬਣਾਉਣੀਆਂ ਨੇ। ਠੀਕ ਹੈ, ਜਿਵੇਂ ਹੁਣ 3 ਕਾਰਬਨ ਸੀ ਆਪਣੇ ਕੋਲ ਇਹ ਵਾਲੇ ਸਟਰਕਚਰ ਦੇ ਵਿੱਚ, ਦੇਖੋ ਵਾਰ-ਵਾਰ ਬਣਾਉਣਾ ਪੈਂਦਾ, ਉੱਡ ਜਾਂਦਾ, ਕਿਉਂਕਿ ਤੁਸੀਂ ਯਾਦ ਰੱਖਿਆ ਕਰੋ। ਇਹ ਹੋ ਗਿਆ ਆਪਣੇ ਕੋਲ 3 ਕਾਰਬਨ ਨੇ, ਸੋ ਮਤਲਬ ਆਪਾਂ ਕੀ ਕਰਾਂਗੇ, ਇੱਥੋਂ ਨੀਚੋਂ ਸਟਾਰਟ ਕੀਤਾ ਇਵੇਂ। ਠੀਕ ਹੈ, ਆ ਕਿੰਨਾ ਹੋ ਗਿਆ, 1 ਕਾਰਬਨ, ਆ ਕਿੰਨਾ ਹੋ ਗਿਆ, 2 ਕਾਰਬਨ, ਆ ਕਿੰਨਾ ਹੋ ਗਿਆ, 3 ਕਾਰਬਨ। 3 ਕਾਰਬਨ ਸਟਰਕਚਰ ਹੋ ਗਏ। ਮਤਲਬ ਇਹ ਵਾਲੇ ਜਿਹੜੇ ਪੁਆਇੰਟਡ ਨੇ ਨਾ, ਜਿੱਥੇ ਜੁਆਇਨ ਨੇ 2 ਲਾਈਨਸ, ਉਹ ਹੁੰਦੇ ਨੇ ਕਾਰਬਨ। ਮਤਲਬ ਇਹ 3 ਕਾਰਬਨ ਆਪਾਂ ਬਣਾ ਤੇ। ਠੀਕ ਹੈ, ਹੁਣ ਬਾਕੀ ਇਹਦੇ ਨਾਲ ਹਾਈਡਰੋਜਨ ਲੱਗਿਆ, ਉਹ ਬਣਾਉਣ ਦੀ ਲੋੜ ਨਹੀਂ, ਬਸ ਇਹੀ ਇਸ ਦਾ ਕੀ ਹੈ, ਬੌਂਡ ਲਾਈਨ ਫਾਰਮੂਲਾ। ਠੀਕ ਹੈ, ਅਤੇ ਜੇ ਹਾਈਡਰੋਜਨ ਅਤੇ ਕਾਰਬਨ ਨੂੰ ਛੱਡ ਕੇ ਕੋਈ ਹੋਰ ਚੀਜ਼ ਹੋਏਗੀ, ਫਿਰ ਆਪਾਂ ਮੈਨਸ਼ਨ ਕਰਨਾ। ਠੀਕ ਹੈ, ਜਿਵੇਂ ਮੰਨ ਕੇ ਚਲੋ ਅੱਗੋਂ ਤੁਸੀਂ ਫਾਰਮੂਲੇਜ਼ ਪੜ੍ਹੋਗੇ, ਜੇ ਮੰਨ ਕੇ ਚਲੋ ਉਹਨਾਂ ਨੇ ਕਿਹਾ ਤੁਹਾਨੂੰ ਕੁਛ ਵੀ, ਤੁਸੀਂ ਇਗਜ਼ਾਮਪਲ ਲੈ ਲਓ। ਠੀਕ ਹੈ, ਕਿਤੇ ਲੱਗਿਆ ਹੋਏਗਾ COH, ਹੈ ਨਾ, ਕਿਤੇ ਵੀ ਲੱਗਿਆ, ਜਿਵੇਂ ਮੰਨ ਕੇ ਚਲੋ ਮਿਥੇਨਲ। ਠੀਕ ਹੈ, ਮਿਥੇਨਲ ਹੈ, ਸੋ C ਇੱਕ ਹੈ, 4 ਉਹਦੇ ਨਾਲ ਕੀ ਨੇ, ਜਾਂ ਚਲੋ 2 ਵਾਲਾ ਕਰ ਲਓ। ਠੀਕ ਹੈ, ਇੱਕ 3 ਵੀ ਐਡ ਕਰ ਦਾਂ, ਇਹ ਚੀਜ਼ ਹੈ। ਠੀਕ ਹੈ, ਹੁਣ ਦੇਖੋ ਇਵੇਂ ਹੈ ਆਪਣੇ ਕੋਲ, ਇਹ ਆਪਣੇ ਕੋਲ ਹੈਗਾ। ਇਹ ਫਾਰਮੂਲੇ 'ਚ ਅਗਰ ਉਹਨਾਂ ਨੇ ਕਿਤੇ ਹਾਈਡਰੋਜਨ ਦੀ ਜਗ੍ਹਾ, ਠੀਕ ਹੈ, ਹਾਈਡਰੋਜਨ ਨੂੰ ਹਟਾ ਕੇ ਕੁਛ ਹੋਰ ਲਾ ਦਿੱਤਾ, ਕੋਈ ਹੋਰ ਆਬਜੈਕਟ, ਫਿਰ ਆਪਾਂ ਉੱਥੇ ਕੀ ਕਰ ਦਿੰਦੇ ਹਾਂ, ਉਹਨੂੰ ਬਸ ਮੈਨਸ਼ਨ ਕਰ ਦਿੰਦੇ ਹਾਂ। ਠੀਕ ਹੈ, ਅਤੇ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ, ਬਾਕੀ ਆਪਾਂ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਕੀਪ ਲਰਨਿੰਗ ਐਂਡ ਕੀਪ ਸਪੋਰਟਿੰਗ। ਥੈਂਕ ਯੂ।